ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਅਨਾਜ ਸਕੈਂਡਲ, ਟਰੱਕਾਂ ਤੇ ਲਾਏ ਸਕੂਟਰਾਂ ਦੇ ਨੰਬਰ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਵੈਸੇ ਤਾਂ ਭਾਰਤ ਦੇਸ਼ ਹੀ ਘਪਲਿਆਂ ਦਾ ਦੇਸ਼ ਹੈ, ਜਿੱਥੇ ਨਿੱਤ ਕੋਈ ਨਾ ਕੋਈ ਘਪਲਾ ਜਿਹੜਾ ਹੈਗਾ ਸਾਹਮਣੇ ਆਉਂਦਾ ਹੈ। ਰੋਜ਼ ਕੋਈ ਨਾ ਕੋਈ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਉਂਦਾ ਹੈ। ਉੱਥੇ ਹੀ ਗੱਲ ਕਰੀਏ ਤਾਂ ਕੱਲ੍ਹ ਪੰਜਾਬ ਦੇ ਲੁਧਿਆਣਾ ਸ਼ਹਿਰ 'ਚ ਇੱਕ ਪਰਚਾ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਜਿਹੜਾ ਹੈਗਾ ਸਟੇਟ ਏਜੰਸੀਆਂ ਵੱਲੋਂ ਵੱਡਾ ਹੰਗਾਮਾ ਕੀਤਾ ਗਿਆ। ਅੱਜ ਸਟੇਟ ਏਜੰਸੀਆਂ ਦੇ ਵੱਡੀ ਗਿਣਤੀ 'ਚ ਉਮੀਦਵਾਰ ਜਿਹੜੇ ਨੇ, ਆਗੂ ਜਿਹੜੇ ਨੇ, ਇਕੱਠੇ ਹੋ ਕੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨਾਲ ਮੁਲਾਕਾਤ ਕਰਨ ਲਈ ਆਏ ਨੇ। ਅਸੀਂ ਜਾਣਨਾ ਚਾਹਾਂਗੇ ਪਹਿਲਾਂ ਤਾਂ ਇਹ ਪੂਰਾ ਮਾਮਲਾ ਕੀ ਹੈ, ਇਹ ਹੰਗਾਮਾ ਕਿਉਂ ਹੋਇਆ, ਪਰਚਾ ਕੀ ਸੀਗਾ। ਦੇਖੋ ਆਤਿਸ਼, ਜਿਸ ਤਰ੍ਹਾਂ ਤੁਸੀਂ ਕਿਹਾ ਉਹ ਬਿਲਕੁਲ ਠੀਕ ਕਿਹਾ ਹੈ ਕਿ ਜਿਹੜੇ ਘਪਲੇ ਹੈ ਨਾ ਤਾਂ ਉਹ ਸਾਡੇ ਦੇਸ਼ ਲਈ ਉਪਰੇ ਨੇ ਅਤੇ ਨਾ ਸਾਡੇ ਸੂਬੇ ਲਈ ਉਪਰੇ ਨੇ ਜੀ। ਹੁਣ ਤੱਕ ਪੰਜਾਬ ਦੇ ਵਿੱਚ ਜਿਨ੍ਹਾਂ ਧਿਰਾਂ ਨੇ ਰਾਜ ਕੀਤਾ ਹੈ, ਜਾਂ ਅਕਾਲੀ ਭਾਜਪਾ ਗੱਠਜੋੜ ਨੇ ਕੀਤੀ ਹੈ ਹਕੂਮਤ, ਜਾਂ ਕਾਂਗਰਸ ਪਾਰਟੀ ਦਾ ਇੱਥੇ ਰਾਜ ਰਿਹਾ ਜੀ, ਤਾਂ ਜਿੰਨੇ ਘਪਲੇ ਹੋਏ ਨੇ ਇਹਨਾਂ ਸਮਿਆਂ ਦੌਰਾਨ, ਉਹ ਦੋਨਾਂ ਦਾ ਜਿਹੜੇ ਆਪਾਂ ਅਕਾਲੀ ਦਲ, ਭਾਜਪਾ ਔਰ ਕਾਂਗਰਸ ਦੀ ਝੋਲੀ ਪਾਵਾਂਗੇ, ਔਰ ਜਿਹੜੇ ਚੰਗੇ ਕੰਮ ਹੋਏ ਆ ਉਹਨਾਂ ਦਾ ਵੀ ਕ੍ਰੈਡਿਟ ਇਹਨਾਂ ਦੋਨਾਂ ਪਾਰਟੀਆਂ ਨੂੰ ਜਾਏਗਾ ਜੀ। ਅਤੇ ਪੰਜਾਬ ਦੇ ਵਿੱਚ ਹੁਣ ਇੱਕ ਨਵੀਂ ਧਿਰ ਦੀ ਸਰਕਾਰ ਬਣੀ ਹੈ। ਹੁਣ ਇਹ ਦੇਖਣਾ ਹੋਏਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿ ਜਿਸ ਤਰ੍ਹਾਂ ਪੁਰਾਣੀਆਂ ਰਵਾਇਤੀ ਪਾਰਟੀਆਂ ਘਪਲਿਆਂ 'ਚ ਉਲਝੀਆਂ ਰਹੀਆਂ ਨੇ ਜੀ, ਕਿ ਇਹ ਨਵੀਂ ਧਿਰ ਉਸ ਤੋਂ ਕਿੰਨਾ ਕੁ ਨਿਰਲੇਪ ਰਹਿੰਦੀ ਹੈ, ਜਾਂ ਪੰਜਾਬ ਦੇ ਲੋਕਾਂ ਨੂੰ ਕਿੰਨਾ ਕੁ ਭ੍ਰਿਸ਼ਟਾਚਾਰ ਮੁਕਤ ਜਿਹੜਾ ਉਹ ਸ਼ਾਸਨ ਹੈ ਉਹ ਦਿੰਦੀ ਹੈਗੀ ਜੀ। ਜਿਹੜੀ ਗੱਲ ਤੁਸੀਂ ਕੀਤੀ ਹੈ ਅਨਾਜ ਸਕੈਂਡਲ ਦੀ, ਇਹ ਲੰਘੇ ਕੱਲ੍ਹ ਲੁਧਿਆਣਾ ਦਾ ਜਿਹੜੇ SSP ਵਿਜੀਲੈਂਸ ਨੇ, ਉਹਨਾਂ ਨੇ ਇੱਕ ਮੁਕੱਦਮਾ ਦਰਜ ਲੁਧਿਆਣੇ ਦੇ ਵਿਜੀਲੈਂਸ ਥਾਣੇ ਦੇ ਵਿੱਚ ਕੀਤਾ ਹੈ। ਉਹਨਾਂ ਨੇ FIR ਨੰਬਰ 11 ਹੈ, ਜਿਹਦੇ ਵਿੱਚ ਉਹਨਾਂ ਨੇ ਗੁਰਦਾਸ ਰਾਮ ਐਂਡ ਕੰਪਨੀ 'ਤੇ ਪਰਚਾ ਦਰਜ ਕੀਤਾ, ਜਿਹਦੇ ਵਿੱਚ 3 ਬੰਦੇ ਉਹਨਾਂ ਨੇ ਨਾਮਜ਼ਦ ਕੀਤੇ ਹੈ। ਉਹਨਾਂ 'ਚੋਂ ਇੱਕ ਠੇਕੇਦਾਰ ਹੈ ਜਿਹੜਾ ਤੇਲੂ ਰਾਮ, ਉਹਨਾਂ ਦੀ ਵਿਜੀਲੈਂਸ ਨੇ ਅਰੈਸਟ ਵੀ ਪਾਈ ਹੈ ਜੀ। ਇਹਦੇ ਵਿੱਚ ਕਈ ਫੂਡ ਸਪਲਾਈ ਦੇ ਜਿਹੜੇ ਅਧਿਕਾਰੀ ਅਤੇ ਮੁਲਾਜ਼ਮ ਹੈ ਉਹ ਵੀ ਨੋਮੀਨੇਟ ਕੀਤੇ ਗਏ ਨੇ। ਇਸ ਨੂੰ ਲੈ ਕੇ ਅੱਜ ਜਿੰਨੀਆਂ ਵੀ ਫੂਡ ਏਜੰਸੀਆਂ ਨੇ, ਔਰ ਖਾਸ ਕਰਕੇ ਖੁਰਾਕ ਤੇ ਸਪਲਾਈ ਵਿਭਾਗ ਨੂੰ ਪਨਗਰੇਨ ਕਹਿੰਦੇ ਹਾਂ ਅਸੀਂ ਜੀ, ਉਹਨਾਂ ਦੇ ਜਿਹੜੇ ਅਧਿਕਾਰੀਆਂ ਨੇ, ਅੱਜ ਹੁਣ ਜਦੋਂ ਆਪਾਂ ਮੀਟਿੰਗ ਕਰ ਰਹੇ ਹਾਂ ਤਾਂ ਉਹਨਾਂ ਦੀ ਮੀਟਿੰਗ ਹੈ ਜਿਹੜੀ ਉਹ ਖੁਰਾਕ ਤੇ ਸਪਲਾਈ ਮੰਤਰੀ ਲਾਲਚੰਦ ਕਟਾਰੂ ਚੱਕ ਨਾਲ ਹੋ ਰਹੀ ਹੈ ਜੀ। ਔਰ ਉਹਨਾਂ ਨੇ ਫੈਸਲਾ ਕੀਤਾ ਕਿ ਸਾਡੇ ਜਿਹੜੇ ਅਧਿਕਾਰੀ ਹੈ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਇਨਕੁਆਇਰੀਆਂ ਦੇ ਵਿੱਚ ਉਲਝਾਇਆ ਜਾ ਰਿਹਾ ਹੈ, ਜਿਸ ਕਰਕੇ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਕੱਲ੍ਹ ਤੋਂ ਪੰਜਾਬ ਭਰ ਦੇ ਵਿੱਚ ਸਮੂਹਿਕ ਛੁੱਟੀ 'ਤੇ ਜਾਣਗੇ। ਹੁਣ ਦੇਖਣਾ ਆਏਗਾ ਕਿ ਕਟਾਰੂ ਚੱਕ ਉਹਨਾਂ ਨੂੰ ਕੀ ਭਰੋਸਾ ਦਿੰਦੇ ਨੇ, ਉਹਨਾਂ ਨੂੰ ਕੀ ਦਿਲਾਸਾ ਦਿੰਦੇ ਨੇ ਜੀ। ਹੁਣ ਜਿਸ ਤਰ੍ਹਾਂ ਆਪਾਂ ਪੁਰਾਣੇ ਰਾਜ ਭਾਗ ਦੀ ਗੱਲ ਕੀਤੀ ਹੈਗੀ ਹੈ ਔਰ ਅਨਾਜ ਸਕੈਂਡਲ ਦੀ ਗੱਲ ਕੀਤੀ ਹੈ, ਜਿਸ ਟਾਈਮ ਅਕਾਲੀ ਭਾਜਪਾ ਦੀ ਹਕੂਮਤ ਸੀ ਉਦੋਂ ਵੀ ਇੱਕ ਅਨਾਜ ਸਕੈਂਡਲ ਹੋਇਆ ਸੀ। ਬਿਲਕੁਲ। ਜਦੋਂ ਕਾਂਗਰਸ ਦੀ ਹਕੂਮਤ ਸੀ ਉਦੋਂ ਵੀ ਅਨਾਜ ਸਕੈਂਡਲ ਹੋਇਆ ਸੀ। ਦੋਹਾਂ ਪਾਰਟੀਆਂ ਦੇ ਵਿੱਚ ਵਿਚਾਰਾਂ ਦੇ ਮਤਭੇਦ ਹੋ ਸਕਦੇ ਨੇ, ਉਹਨਾਂ ਦੀ ਸੋਚ 'ਚ ਜ਼ਮੀਨ ਅਸਮਾਨ ਦਾ ਫਰਕ ਹੋ ਸਕਦਾ ਹੈ, ਪਰ ਇਸ ਨਜ਼ਰੀਏ ਤੋਂ ਦੇਖੀਏ ਤਾਂ ਦੋਨਾਂ ਦੇ ਵਿੱਚ ਸਾਨੂੰ ਕੋਈ ਵਖਰੇਵਾਂ ਨਹੀਂ ਜਾਪਦਾ ਜੀ। ਕਿਉਂਕਿ ਅਨਾਜ ਸਕੈਂਡਲ ਨੂੰ ਕਰਨ ਦੀ ਜਿਹੜੀ ਤਰੀਕਾਕਾਰ ਹੈ, ਜਿਹੜਾ ਢੰਗ ਹੈ, ਉਹ ਦੋਨਾਂ ਦਾ ਸੇਮ ਹੈ ਜੀ। ਜਿਹਦੀ ਹੁਣ ਆਪਾਂ ਤਾਜ਼ਾ ਗੱਲ ਕਰ ਰਹੇ ਹਾਂ ਗੁਰਦਾਸ ਰਾਮ ਐਂਡ ਕੰਪਨੀ ਦੀ। ਇਹਨਾਂ ਨੇ ਆਤਿਸ਼ ਸਾਲ 2020-21 ਦੇ ਵਿੱਚ ਜਦੋਂ ਮੰਡੀਆਂ ਦੇ ਵਿੱਚ ਅਨਾਜ ਆਉਣਾ ਸੀ ਤਾਂ ਇਹਨਾਂ ਨੇ ਲੇਬਰ ਦੇ ਕੰਮ ਲਈ ਔਰ ਟਰਾਂਸਪੋਰਟੇਸ਼ਨ ਦਾ ਠੇਕਾ ਲੈਣ ਲਈ ਜੀ ਟੈਂਡਰ ਪਾਏ ਸੀਗੇ ਗੁਰਦਾਸ ਐਂਡ ਕੰਪਨੀ ਨੇ। ਜੀ। ਤਾਂ ਇਸ ਨੇ ਟੈਂਡਰਾਂ ਦੇ ਨਾਲ ਕਿ ਜਿਨ੍ਹਾਂ ਦੇ ਵਿੱਚ ਢੋਆ ਢੁਆਈ ਕਰਨੀ ਸੀ ਅਨਾਜ ਦੀ, ਮੰਡੀਆਂ ਤੋਂ ਲੈ ਕੇ ਗੋਦਾਮਾਂ ਤੱਕ ਅਨਾਜ ਨੇ ਆਉਣਾ ਸੀ, ਤਾਂ ਉਹਨਾਂ ਟਰੱਕਾਂ ਦੇ ਨੰਬਰ ਹੈ, ਜਿਹੜੀ ਉਹਨਾਂ ਦੀ ਲਿਸਟ ਹੈ, ਉਹ ਵੀ ਟੈਂਡਰਾਂ ਦੇ ਨਾਲ ਇਹਨਾਂ ਨੇ ਸਬਮਿਟ ਕੀਤੀ ਸੀ ਜੀ। ਪਰ ਉਸ ਟਾਈਮ ਕਿਉਂਕਿ ਪਹੁੰਚ ਵਾਲੇ ਲੋਕ ਸੀਗੇ, ਕਿਉਂਕਿ ਇਕੱਲੇ ਠੇਕੇਦਾਰ ਦੀ ਤਾਂ ਇੰਨੀ ਕੀ ਮਜ਼ਾਲ ਹੈ, ਕਿਉਂਕਿ ਐਡਾ ਵੱਡਾ ਘਪਲਾ ਕਰ ਜੇ ਤਾਂ ਉਹਨਾਂ ਨੇ ਕਿਸੇ ਨਾ ਕਿਸੇ ਮਿਲੀ ਭੁਗਤ ਦੇ ਵਿੱਚ, ਜਾਂ ਉਸ ਵੇਲੇ ਦੀ ਹਕੂਮਤ ਦਾ ਥਾਪੜਾ ਹੋਏਗਾ, ਤਾਂ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਦੀ ਕਿਸੇ ਕਿਸਮ ਦੀ ਕੋਈ ਤਕਨੀਕੀ ਜਾਂਚ ਨਹੀਂ ਕੀਤੀ ਗਈ ਕਿ ਜਿਹੜੀ ਇਹ ਲਿਸਟ ਦਿੱਤੀ ਗਈ ਹੈ ਉਹਨੂੰ ਵੈਰੀਫਾਈ ਨਹੀਂ ਕੀਤਾ ਗਿਆ ਜੀ। ਅਤੇ ਬਹੁਤ ਸਾਰੀਆਂ ਹੋਰ ਵੀ ਜਿਹੜੇ ਨਿਯਮਾਂ ਉਹਨਾਂ ਦੀ ਅਣਦੇਖੀ ਕੀਤੀ ਗਈ। ਪਰ ਹੁਣ ਜਦੋਂ ਵਿਜੀਲੈਂਸ ਨੇ ਜਾਂਚ ਕੀਤੀ, ਤੁਹਾਡੇ ਯਾਦ ਹੋਏਗਾ ਜਿਸ ਤਰ੍ਹਾਂ ਪਿਛਲੇ ਐਪੀਸੋਡ ਦੇ ਵਿੱਚ ਵੀ ਆਪਾਂ ਇਹ ਗੱਲ ਕੀਤੀ ਸੀਗੀ ਕਿ ਇੱਕ ਮੰਤਰੀ ਜਿਹੜੇ ਉਸ ਟਾਈਮ ਦੇ ਸੀ ਫੂਡ ਐਂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ, ਉਹਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਿਹੜੀ ਪੰਜਾਬ ਸਰਕਾਰ ਹੈ ਜਾਂ ਪੰਜਾਬ ਵਿਜੀਲੈਂਸ ਬਿਊਰੋ ਹੈ
ਉਹ ਸਾਡੇ ਤੇ ਮੁਕੱਦਮਾ ਦਰਜ ਕਰ ਸਕਦੀ ਹੈ। ਇਸ ਕਰਕੇ ਕੋਈ ਵੀ ਪਰਚਾ ਦਰਜ ਹੁੰਦਾ ਤਾਂ ਉਹਨਾਂ ਨੂੰ 1 ਹਫ਼ਤੇ ਦਾ ਨੋਟਿਸ ਹੈ ਪਹਿਲਾਂ ਗ੍ਰਿਫਤਾਰੀ ਤੋਂ ਪਹਿਲਾਂ ਦਿੱਤਾ ਜਾਵੇ ਜੀ। ਉਹਨਾਂ ਦਾ ਕਿਤੇ ਨਾ ਕਿਤੇ ਡਰ ਪਿਆ ਸੀ। ਉਸ ਤੋਂ ਪਹਿਲਾਂ 2000 ਕਰੋੜ ਦੇ ਸਕੈਂਡਲ ਦਾ ਦੋਸ਼ ਲਾ ਕੇ ਕੁਝ ਠੇਕੇਦਾਰ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਵਿਜੀਲੈਂਸ ਬਿਊਰੋ ਕੋਲੇ ਆਪਣੀ ਜਿਹੜੀ ਕੰਪਲੇਂਟ ਦਰਜ ਕਰਾਈ ਸੀ ਔਰ ਵਿਜੀਲੈਂਸ ਬਿਊਰੋ ਦੇ ਜਿਹੜੇ ਮੁਖੀ ਵਰਿੰਦਰ ਕੁਮਾਰ ਨੇ ਉਹਨਾਂ ਨੇ ਇਹ ਅੱਗੇ ਇਨਕੁਆਰੀ ਹੈ ਜਿਹੜੀ ਐਸਐਸਪੀ ਲੁਧਿਆਣਾ ਨੂੰ ਸੌਂਪੀ ਸੀ ਜੀ। ਤਾਂ ਲੱਗਦਾ ਹੈ ਕਿ ਉਸੇ ਕੜੀ ਦੇ ਵਿੱਚ ਪੜਤਾਲ ਹੋਣ ਤੋਂ ਬਾਅਦ ਇਹ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ। ਹੁਣ ਜਦੋਂ ਮੁਕੱਦਮੇ ਦੀ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਜਿਹੜੇ ਨੰਬਰ ਟਰੱਕਾਂ ਦੇ ਦਿਖਾਏ ਗਏ ਉਹ ਅਸਲ ਦੇ ਵਿੱਚ ਸਕੂਟਰਾਂ ਦੇ, ਕਾਰਾਂ ਦੇ ਔਰ ਮੋਟਰਸਾਈਕਲਾਂ ਦੇ ਨੰਬਰ ਸੀ ਜੀ। ਜਦੋਂ ਦਾਣਾ ਮੰਡੀ ਦੇ ਵਿੱਚੋਂ ਮਾਲ ਗੋਦਾਮ ਤੱਕ ਗਿਆ ਤਾਂ ਗੋਦਾਮਾਂ ਦੇ ਜਿਹੜੇ ਗੇਟ ਪਾਸ ਸੀਗੇ ਉੱਥੇ ਜਿਹੜੇ ਨੰਬਰ ਦਰਜ ਹੋਏ ਹੋਏ ਨੇ ਉਹ ਵੀ ਸਕੂਟਰਾਂ, ਕਾਰਾਂ, ਜੀਪਾਂ ਔਰ ਮੋਟਰਸਾਈਕਲਾਂ ਦੇ ਨੇ ਜੀ। ਅਸਲ 'ਚ ਦਿਖਾਏ ਗਏ ਉਹ ਟਰੱਕਾਂ ਦੇ ਸੀ। ਇਸੇ ਤਰ੍ਹਾਂ ਹੀ ਜਦੋਂ ਅਕਾਲੀ ਦਲ ਦੀ ਹਕੂਮਤ ਸੀ ਉਸ ਟਾਈਮ ਵੀ ਜਿਹੜਾ 2007-8 ਤੋਂ ਲੈ ਕੇ 2012 ਤੱਕ ਦੀ ਜਿਹੜੀ ਪੜਤਾਲ ਹੋਈ ਸੀ ਉਦੋਂ ਕੈਗ ਦੀ ਰਿਪੋਰਟ ਆਈ ਸੀ 2013-14 ਦੇ ਵਿੱਚ ਜੀ। ਤਾਂ ਉਹਨਾਂ ਨੇ ਵੀ ਇਸ ਤਰ੍ਹਾਂ ਦੀ ਉਂਗਲ ਹੈ ਜਿਹੜੀ ਉਠਾਈ ਸੀਗੀ। ਉਸ ਟਾਈਮ ਰੈਂਡਮਲੀ ਜਿਹੜੀ ਆਡਿਟ ਪਾਰਟੀਆਂ ਸੀ ਉਹਨਾਂ ਨੇ ਪਿਛਲੇ 5 ਸਾਲ ਦੇ ਵਿੱਚ ਅਨਾਜ ਦੀ ਢੋਆ ਢੁਆਈ ਦੇ ਜਿਹੜੇ ਜਿੰਨੇ ਵੀ ਵਹੀਕਲ ਸੀ, ਜਿੰਨੇ ਵਾਹਨਾਂ ਦੀ ਵਰਤੋਂ ਹੋਈ ਸੀ ਉਹ 'ਚੋਂ ਰੈਂਡਮਲੀ 3319 ਵਾਹਨ ਹੈ ਜਿਹੜੇ ਉਹ ਚੁੱਕੇ ਸੀ ਜੀ। 3319 ਚੋਂ ਆਤਿਸ਼ ਹੈਰਾਨੀ ਦੀ ਗੱਲ ਹੈ ਕਿ 3200 ਜਿਹੜੇ ਵਾਹਨ ਹੈ ਜਾਂ ਟਰੱਕ ਕਹਿ ਲਈਏ ਜਾਂ ਟਰਾਲੇ ਕਹਿ ਲਈਏ ਜੀ, ਉਹ ਲੱਭੇ ਨਹੀਂ ਸੀ, ਟਰੇਸ ਹੀ ਨਹੀਂ ਸੀ ਹੋਏ। ਜਿਹੜੇ ਟਰੇਸ ਹੋਏ ਸੀ ਉਹਨਾਂ ਦੇ ਵਿੱਚੋਂ ਬਹੁਤਿਆਂ ਦੇ ਦਰਜਨਾਂ ਦੇ ਨੰਬਰ ਇਹ ਸੀ ਕਿ ਉਹ ਮੋਟਰਸਾਈਕਲਾਂ ਦੇ ਨੰਬਰ ਸੀ ਜੀ, ਜਾਂ ਸਕੂਟਰਾਂ ਦੇ ਨੰਬਰ ਸੀ। ਉਹਨਾਂ ਦਾ ਤਰੀਕਾਕਾਰ ਵੀ ਇਹ ਸੀ। ਅਸਲ 'ਚ ਕੀ ਹੋਇਆ, ਚਾਹੇ ਉਹ ਅਕਾਲੀ ਦਲ ਦੇ ਰਾਜ ਦੀ ਗੱਲ ਕਰ ਲਈਏ ਚਾਹੇ ਕਾਂਗਰਸ ਦੇ ਰਾਜ ਦੀ ਗੱਲ ਕਰ ਲਈਏ, ਕਿ ਢੋਆ ਢੁਆਈ ਦੇ ਲਈ ਜਿਹੜੇ ਵਾਹਨ ਵਰਤੇ ਗਏ ਉਹਨਾਂ ਨੂੰ ਦਿਖਾਇਆ ਤਾਂ ਟਰੱਕ ਗਿਆ ਪਰ ਐਕਚੁਅਲੀ ਜਿਹੜੇ ਨੰਬਰ ਦਿੱਤੇ ਗਏ ਉਹ ਸਕੂਟਰਾਂ ਦੇ ਦਿੱਤੇ ਗਏ। ਹੁਣ ਹੋਇਆ ਕੀ ਕਿ ਜਿਹੜਾ ਅਨਾਜ ਮੰਡੀਆਂ ਚੋਂ ਮਾਲ ਆਇਆ ਗੋਦਾਮਾਂ ਤੱਕ ਉਹ ਪ੍ਰੈਕਟੀਕਲੀ ਆਇਆ ਹੀ ਨਹੀਂ। ਠੀਕ, ਉਸ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ। ਦੇਖੋ ਕਿਸਾਨ ਤਾਂ ਇੰਨੀ ਮਿਹਨਤ ਨਾਲ ਦਿਨ ਰਾਤ ਜਿਹੜਾ ਆਪਣਾ ਖੂਨ ਪਸੀਨਾ ਬਹਾ ਕੇ ਜਿਹੜੇ ਮਿਹਨਤ ਕਰਕੇ ਇਹਨਾਂ ਦਿਨ ਰਾਤ ਉਹ ਦੇਸ਼ ਦਾ ਢਿੱਡ ਭਰਨ ਦੇ ਲਈ ਅਨਾਜ ਉਗਾਉਂਦਾ ਹੈਗਾ, ਪਰ ਕਿੰਨਾ ਹੀ ਅਨਾਜ ਹੈ ਜਿਹੜਾ ਉਹ ਰਸਤਿਆਂ ਦੇ ਵਿੱਚ ਚੋਰ ਮੋਰੀਆਂ ਦੇ ਰਾਹੀਂ ਖੁਰਦ-ਬੁਰਦ ਹੋ ਜਾਂਦਾ ਹੈ ਜੀ। ਤਾਂ ਉਸ ਦੀ ਜਾਂਚ ਵੀ ਉਸ ਟਾਈਮ ਜਦੋਂ ਕਾਂਗਰਸ ਪਾਰਟੀ ਆਪੋਜੀਸ਼ਨ ਦੇ ਵਿੱਚ ਸੀ ਉਹਨਾਂ ਨੇ ਮੰਗ ਕੀਤੀ ਸੀ ਕਿ ਇਸ ਦੀ ਪੜਤਾਲ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਜੀ। ਮੇਰੇ ਯਾਦ ਹੈ ਕਿ ਸਤੰਬਰ 2016 ਦੇ ਵਿੱਚ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਇਆ ਸੀ ਉਸ ਟਾਈਮ ਕਾਂਗਰਸ ਪਾਰਟੀ ਦੇ ਐਮਐਲਏ ਜਿਹੜੇ ਸੁਨੀਲ ਜਾਖੜ ਸੀ ਉਹਨਾਂ ਨੇ ਉਹ ਮੋਟਰਸਾਈਕਲ ਲੱਭ ਲਿਆ ਸੀ ਜਿਹਦਾ ਟਰੱਕ ਦਾ ਨੰਬਰ ਲਾਇਆ ਗਿਆ ਸੀ ਜੀ। ਉਹ ਤੁਹਾਡੇ ਸ਼ਹਿਰ ਪਟਿਆਲੇ ਦਾ ਸੀ। ਤਾਂ ਉਚੇਚੇ ਤੌਰ ਤੇ ਅਕਾਲੀਆਂ ਦੇ ਇਸ ਘਪਲੇ ਨੂੰ ਉਜਾਗਰ ਕਰਨ ਦੇ ਲਈ ਸੁਨੀਲ ਜਾਖੜ ਜੀ ਉਹ ਅਸਲੀ ਮੋਟਰਸਾਈਕਲ ਤੇ ਉਸ ਨੰਬਰ ਵਾਲੇ ਤੇ ਚੰਡੀਗੜ੍ਹ ਵਿਧਾਨ ਸਭਾ ਦੇ ਵਿੱਚ, ਪੰਜਾਬ ਵਿਧਾਨ ਸਭਾ ਦੇ ਵਿੱਚ ਦਾਖਲ ਹੋਏ ਸੀ। ਉੱਥੋਂ ਤੱਕ ਗਏ ਸੀਗੇ। ਉਹਨਾਂ ਦੇ ਪਿੱਛੇ ਚਰਨਜੀਤ ਸਿੰਘ ਚੰਨੀ ਬੈਠੇ ਸੀ ਔਰ ਉਹਨਾਂ ਨੇ ਮੋਟਰਸਾਈਕਲ ਦੇ ਅੱਗੇ ਲਿਖਿਆ ਹੋਇਆ ਸੀ ਕਿ ਮੈਂ ਮੋਟਰਸਾਈਕਲ ਨਹੀਂ, ਮੈਂ ਅਕਾਲੀਆਂ ਦਾ ਟਰੱਕ ਹਾਂ ਜੀ। ਬਿਲਕੁਲ। ਪਰ ਹੁਣ ਦਿਲਚਸਪ ਗੱਲ ਇਹ ਹੈ ਕਿ ਜਿਸ ਤਰ੍ਹਾਂ ਕਾਂਗਰਸੀਆਂ ਦਾ ਘਪਲਾ ਸਾਹਮਣੇ ਆ ਗਿਆ ਜੀ ਉਸ ਦੇ ਰਾਜ ਭਾਗ ਦੇ ਦੌਰਾਨ, ਤਾਂ ਹੁਣ ਕੱਲ ਨੂੰ ਇਹ ਵੀ ਪੋਸੀਬਲ ਹੋ ਸਕਦਾ ਹੈ ਕਿ ਜਿਹੜੇ ਇਆਲੀ ਸਾਹਿਬ ਨੇ ਲੁਧਿਆਣਾ ਦੇ ਦਾਖਾਂ ਤੋਂ ਵਿਧਾਇਕ ਉਹ ਵੀ ਜਦੋਂ ਅਗਲਾ ਵਿਧਾਨ ਸਭਾ ਦਾ ਸੈਸ਼ਨ ਆਏਗਾ ਕਿ ਜਿਹੜੇ ਟਰੱਕਾਂ ਦਾ ਨੰਬਰ ਮੋਟਰਸਾਈਕਲਾਂ ਦਾ ਲਾਇਆ ਉਹ ਮੋਟਰਸਾਈਕਲ ਅਸਲੀ ਰੂਪ 'ਚ ਲੈ ਕੇ ਖੁਦ ਵਿਧਾਨ ਸਭਾ ਤੱਕ ਪਹੁੰਚ ਜਾਣ ਔਰ ਕਹਿ ਦੇਣ ਕਿ ਮੈਂ ਮੋਟਰਸਾਈਕਲ ਨਹੀਂ, ਮੈਂ ਕਾਂਗਰਸੀਆਂ ਦਾ ਟਰੱਕ ਹਾਂ ਜੀ। ਤਾਂ ਇਸ ਤੇਲੂ ਰਾਮ ਜਿਹੜਾ ਫੜਿਆ ਗਿਆ ਹੈ, ਵਿਜੀਲੈਂਸ ਨੇ ਅਰੈਸਟ ਕੀਤਾ ਹੈ, ਉਹਦੀ ਹੁਣ ਜਿਹੜੀ ਅੱਗੇ ਪੈੜ ਹੈ ਉਹ ਕਾਂਗਰਸੀਆਂ ਤੱਕ ਪਹੁੰਚ ਸਕਦੀ ਹੈ। ਕਈ ਕਾਂਗਰਸੀ ਆਗੂ ਡਰੇ ਹੋਏ ਨੇ। ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਨੇੜਲਾ ਬੰਦਾ ਜਿਹਨੇ ਇਹ ਤੇਲੂ ਰਾਮ ਨੂੰ ਠੇਕੇਦਾਰੀ ਦਵਾਈ ਸੀਗੀ ਜੀ, ਉਹਦਾ ਨਾਮ ਵੀ ਵਿੱਚ ਬੋਲ ਰਿਹਾ ਹੈ। ਵਿਜੀਲੈਂਸ ਉਧਰੋਂ ਸਾਡੇ ਜਿਹੜੇ ਫੂਡ ਸਪਲਾਈ ਮੰਤਰੀ ਉਸ ਵੇਲੇ ਦੇ ਉਹਨਾਂ ਨੂੰ ਕਿਤੇ ਨਾ ਕਿਤੇ ਧੁੜਕੂ ਹੋਏਗਾ ਕਿਉਂਕਿ ਉਹਨਾਂ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਹਾਲਾਂਕਿ ਉਹਨਾਂ ਨੇ ਕਿਹਾ ਕਿ ਜੋ ਵੀ ਕੰਮ ਹੁੰਦਾ ਉਹ ਜ਼ਿਲ੍ਹਾ ਪੱਧਰ ਤੇ ਜਿਹੜੀਆਂ ਡਿਪਟੀ ਕਮਿਸ਼ਨਰ ਦੀ ਅਗਵਾਈ 'ਚ ਕਮੇਟੀਆਂ ਬਣਦੀਆਂ ਉਹਨਾਂ ਵੱਲੋਂ ਇਹਨਾਂ ਨੂੰ ਅੰਜਾਮ ਦਿੱਤਾ ਨਾ, ਮੇਰਾ ਕੋਈ ਰੋਲ ਨਹੀਂ ਹੈਗਾ ਜੀ। ਪਰ ਹੁਣ ਆਉਣ ਵਾਲੇ ਦਿਨਾਂ 'ਚ ਇਹ ਲੱਗਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੋਈ ਇੱਦਾਂ ਦਾ ਸਟੈਪ ਲੈ ਸਕਦੀ ਹੈ ਕਿ ਕੋਈ ਨਵੇਂ ਕਾਂਗਰਸੀਆਂ ਨੂੰ ਇਹ ਅਨਾਜ ਸਕੈਂਡਲ ਦੀ ਜਿਹੜੀ ਅੱਗੇ ਪੜਤਾਲ ਹੈ ਉਹ ਵਧੇਗੀ, ਉਹ ਵੀ ਇਹਦੇ ਘੇਰੇ ਵਿੱਚ ਆ ਜਾਏਗੀ। ਆਤਿਸ਼, ਮੈਂ ਜਿਸ ਟਾਈਮ ਬਠਿੰਡਾ ਤੋਂ ਰਿਪੋਰਟਿੰਗ ਕਰਦਾ ਸੀ ਜੀ ਤਾਂ ਉਸ ਟਾਈਮ ਦੀ ਗੱਲ ਹੈ ਕਿ 2011 ਦੇ ਵਿੱਚ ਜਦੋਂ ਵਿਸ਼ਵ ਕਬੱਡੀ ਕੱਪ ਹੋਏ ਸੀ ਪੰਜਾਬ ਦੇ ਵਿੱਚ, ਉਸ ਟਾਈਮ ਦੂਸਰਾ ਕਬੱਡੀ ਕੱਪ ਹੋਇਆ ਸੀ ਜੀ। ਤਾਂ ਉਦੋਂ ਅਕਾਲੀ ਦਲ ਦੀ ਹਕੂਮਤ ਸੀ ਤਾਂ ਉਦੋਂ ਸਟੇਡੀਅਮਾਂ ਦੇ ਵਿੱਚ
ਲੋਕਾਂ ਦਾ ਇਕੱਠ ਕਰਨ ਦੇ ਲਈ ਬੱਸਾਂ ਦਾ ਅਰੇਂਜਮੈਂਟ ਕੀਤਾ ਜਾਂਦਾ ਸੀ ਸਰਕਾਰੀ ਖਰਚੇ ਤੇ, ਬਿਲਕੁਲ। ਤਾਂ ਉਦੋਂ ਵੀ ਇਦਾਂ ਦਾ ਇੱਕ ਘਪਲਾ ਹੋਇਆ ਸੀ। ਤਾਂ ਉੱਥੋਂ ਦਾ ਇੱਕ ਨਥਾਣੇ ਦਾ ਟਰਾਂਸਪੋਰਟਰ ਸੀ, ਉਹਨੇ ਕਿਹਾ ਕਿ ਜੀ ਮੈਂ ਕਬੱਡੀ ਕੱਪ ਵਾਸਤੇ 52 ਬੱਸਾਂ ਪ੍ਰੋਵਾਈਡ ਕੀਤੀਆਂ ਸੀ, ਜਿਨ੍ਹਾਂ 'ਚ ਲੋਕਾਂ ਨੂੰ ਲਿਆਂਦੇ ਸੀ, ਦਰਸ਼ਕਾਂ ਨੂੰ ਸਟੇਡੀਅਮ ਤੱਕ ਲਿਆਂਦਾ ਸੀ ਜੀ। ਤੇ ਜਦੋਂ ਅਸੀਂ ਆਰਟੀਆਈ ਦੇ ਵਿੱਚ ਉਹਦੀ ਸੂਚਨਾ ਹਾਸਲ ਕੀਤੀ ਸੀ, ਇੱਕ ਮਹਾਰਾਜ ਤੋਂ ਸੀ ਮਿੰਨੀ ਬੱਸਾਂ ਦੇ ਟਰਾਂਸਪੋਰਟਰ ਜੀ ਹਰਮੀਤ ਸਿੰਘ, ਉਹਨਾਂ ਨੇ ਕਾਫੀ ਲੜਾਈ ਲੜੀ ਸੀਗੀ, ਤਾਂ ਉਹਨਾਂ ਨੇ ਵੀ ਆਰਟੀਆਈ ਪ੍ਰੋਕਿਓਰ ਕੀਤੀ ਸੀਗੀ। ਤਾਂ ਉਹਦੇ ਵਿੱਚ ਜਦੋਂ ਨੰਬਰ ਦੇਖੇ ਗਏ ਤਾਂ ਉਹ ਸਾਰੇ ਸਕੂਟਰਾਂ ਦੇ ਸੀ ਜੀ, ਬਿਲਕੁਲ। ਤਾਂ ਮੁੜ ਕੇ ਉਹਦੀ ਪੜਤਾਲ ਵੀ ਏਡੀਸੀ ਬਠਿੰਡਾ ਨੇ ਕੀਤੀ ਸੀ, ਉਹਦੇ ਵਿੱਚ ਸਾਬਤ ਵੀ ਹੋ ਗਿਆ ਸੀ, ਵਿਜੀਲੈਂਸ ਵਿੱਚ ਮੁੜ ਕੇ ਰਫਾ ਦਫਾ ਹੋ ਗਿਆ ਜੀ। ਸੀਗਾ। ਪਰ ਹੁਣ ਜਿਹੜੇ ਇਹ ਘਪਲੇ ਸਾਹਮਣੇ ਆਏ ਨੇ, ਇਕੱਲੇ ਪੰਜਾਬ ਦੀ ਨਹੀਂ ਗੱਲ ਕਰਦੇ ਆਪਾਂ, ਇਸ ਤੋਂ ਪਹਿਲਾਂ ਯੂਪੀ ਦੇ ਵਿੱਚ ਵੀ 2010 ਤੋਂ ਲੈ ਕੇ 14 ਤੱਕ ਆਟੋ ਰਿਕਸ਼ਾ ਦੇ ਨੰਬਰ ਪਾ ਕੇ ਜਿਹੜਾ ਅਨਾਜ ਢੋਇਆ ਜਾਂਦਾ ਸੀਗਾ। ਬਿਹਾਰ ਦੇ ਵਿੱਚ ਇਦਾਂ ਦੇ ਘਪਲੇ ਹੋ ਚੁੱਕੇ ਨੇ, ਮੱਧ ਪ੍ਰਦੇਸ਼ ਦੇ ਵਿੱਚ ਇਦਾਂ ਦੇ ਘਪਲੇ ਹੋ ਸਕਦੇ ਨੇ। ਜਦੋਂ ਪਤਾ ਲੱਗ ਜਾਂਦਾ ਕਿ ਸਾਰਾ ਚੀਜ਼ ਨੰਗਾ ਹੋ ਜਾਣੀ ਹੈ, ਫਿਰ ਵੀ ਬਹੁਤ ਸਾਰੇ ਜਿਹੜੇ ਇਸ ਕਿਸਮ ਦੀ ਲੁੱਟ ਕਰਨ ਦੇ ਲੋਕ ਵਾਲੇ, ਘਪਲੇ ਕਰਨ ਵਾਲੇ ਲੋਕ ਆ, ਸੂਤਰਧਾਰ ਹੈ, ਫਿਰ ਵੀ ਉਹੀ ਮੋਡਸ ਆਪਰੈਂਡੀ ਜਿਹੜਾ ਉਹੀ ਤਰੀਕਾਕਾਰ ਅਡਾਪਟ ਕਰਦੇ ਨੇ। ਹੁਣ ਅਸਲ ਪ੍ਰੀਖਿਆ ਦੀ ਘੜੀ ਇਹ ਹੈ ਕਿ ਨਵੀਂ ਸਰਕਾਰ ਹੈ ਜਿਹੜੀ ਇਹਨਾਂ ਘਪਲਿਆਂ ਦਾ ਜਿਹੜਾ ਦਾ ਐਂਡ ਕਿਵੇਂ ਕਰਦੀ ਹੈਗੀ ਹੈ ਜੀ, ਉਹ ਇਹਨਾਂ ਘਪਲਿਆਂ ਨੂੰ ਕਿਵੇਂ ਨੱਥ ਪਾਉਂਦੀ ਹੈ, ਜਿਹੜੇ ਅਸਲੀ ਜਿਹੜੇ ਇਹਦੇ ਮੇਨ ਸੂਤਰਧਾਰ ਨੇ ਇਹਨਾਂ ਸਕੈਂਡਲਸ ਦੇ, ਉਹਨਾਂ ਤੱਕ ਕਿਵੇਂ ਪਹੁੰਚਦੀ ਹੈ। ਜੀ ਚਰਨਜੀਤ ਜੀ, ਇਹਦੇ ਨਾਲ ਹੀ ਗੱਲ ਕਰੀਏ ਤਾਂ ਮੁਫਤਖੋਰੀ ਦੀ, ਅੱਜ ਸੁਪਰੀਮ ਕੋਰਟ ਨੇ ਮੁੜ ਜਿਹੜਾ ਹੈਗਾ ਇੱਕ ਵਾਰ ਫਿਰ ਮੁਫਤਖੋਰੀ ਨੂੰ ਲੈ ਕੇ ਫਟਕਾਰ ਲਗਾਈ ਹੈ। ਤੇ ਦੂਜੇ ਪਾਸੇ ਦੇਖੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਅੱਜ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਹੈਗੀ ਆ ਗਰੰਟੀਆਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਨੂੰ ਕਿਵੇਂ ਦੇਖੋ ਤੁਸੀਂ? ਦੇਖੋ, ਅੱਜ ਇੱਕੋ ਵੇਲੇ ਇੱਕ ਨਾ ਤਿੰਨ ਗੱਲਾਂ ਹੋਈਆਂ ਨੇ ਜੀ। ਇੱਕ ਆਇਆ ਫੈਸਲਾ ਜਿਹੜਾ ਸੁਪਰੀਮ ਕੋਰਟ ਦੇ, ਬਿਲਕੁਲ। ਸੁਪਰੀਮ ਕੋਰਟ ਨੇ ਅੱਜ ਕਿਹਾ, ਜਿਹੜੀ ਉਹਦੇ ਵਿੱਚ ਪਟੀਸ਼ਨ ਪਾਈ ਹੋਈ ਸੀ ਜੀ ਮੁਫਤਖੋਰੀ ਨੂੰ ਲੈ ਕੇ ਕਿਸੇ ਐਡਵੋਕੇਟ ਵੱਲੋਂ, ਉਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਸਿਆਸੀ ਪਾਰਟੀਆਂ ਨੂੰ ਕਿਸੇ ਕਿਸਮ ਦੇ ਜਿਹੜੇ ਵਾਅਦੇ ਕਰਨ ਤੋਂ ਰੋਕ ਨਹੀਂ ਸਕਦੀਆਂ ਜੀ। ਪਰ ਨਾਲ ਹੀ ਉਹਨਾਂ ਨੇ ਸਿਆਸੀ ਪਾਰਟੀਆਂ ਤੇ ਇਹ ਉਂਗਲ ਵੀ ਚੁੱਕੀ ਹੈ, ਉਹਨਾਂ ਨੂੰ ਸਵਾਲ ਵੀ ਖੜੇ ਕੀਤੇ ਹੈ ਕਿ ਘੱਟੋ ਘੱਟ ਤੁਹਾਨੂੰ, ਤੁਸੀਂ ਇਹ ਚਾਹੋ ਕਿ ਅਸੀਂ ਮੁਫਤਖੋਰੀ ਦਾ ਵਾਅਦਾ ਕਰਕੇ ਜਿੱਤ ਲਾਂਗੇ, ਇਹ ਤੁਹਾਡਾ ਉਸ ਲਈ ਆਧਾਰ ਨਹੀਂ ਬਣਦਾ। ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੀ ਪਬਲਿਕ ਵੈਲਫੇਅਰ ਹੈ, ਜਨ ਕਲਿਆਣ ਹੈ, ਔਰ ਦੂਸਰੇ ਪਾਸੇ ਮੁਫਤਖੋਰੀ ਹੈ, ਇਹਦੇ ਵਿੱਚ ਜਿਹੜੀ ਲਕੀਰ ਹੈ ਉਹ ਬੜੀ ਮੱਧਮ ਹੈ। ਉਹਨੂੰ ਤੁਹਾਨੂੰ ਪਰਿਭਾਸ਼ਿਤ ਕਰਨਾ ਪਏਗਾ ਕਿ ਕਿਹੜਾ ਵੈਲਫੇਅਰ ਹੈ ਤੇ ਕਿਹੜੀ ਜਿਹੜੀ ਮੁਫਤਖੋਰੀ ਹੈ। ਜੀ ਬਿਲਕੁਲ। ਖਾਸ ਤੌਰ ਤੇ ਉਹਨਾਂ ਨੇ ਜਿਹੜੇ ਬਿਜਲੀ ਪਾਣੀ ਮੁਫਤ ਐਲਾਨ ਕੀਤੇ ਜਾਂਦੇ ਆ, ਉਹਦੀ ਗੱਲ ਵੀ ਕੀਤੀ ਹੈ। ਹੁਣ ਅਗਲੇ ਸਨਿਚਰਵਾਰ ਤੇ ਸੁਣਵਾਈ ਹੋਣੀ ਹੈ, ਔਰ ਸਿਆਸੀ ਧਿਰਾਂ ਨੂੰ ਇਹ ਤੇ ਜਿਹੜਾ ਰਿਪਲਾਈ ਫਾਈਲ ਕਰਨ ਦੀ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਆਪਣਾ ਜਵਾਬ ਦਵਾ ਇਸ ਮਸਲੇ ਤੇ ਦਿਓ ਜੀ। ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨਾਂ 'ਚ ਕਿਹਾ ਸੀਗਾ ਕਿ ਅਸੀਂ ਰੇਵੜੀ ਕਲਚਰ ਦੀ ਗੱਲ ਕੀਤੀ ਸੀ ਜੀ। ਉਹਨਾਂ ਨੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਰੱਖਿਆ ਹੋਇਆ ਸੀ। ਦੇਖੋ ਆਤਿਸ਼, ਪਾਰਟੀਆਂ ਕੀ ਕਰਦੀਆਂ ਹੈਗੀਆਂ ਨੇ, ਪਹਿਲੀ ਗੱਲ ਜਿਸ ਚੀਜ਼ ਦੀ ਕੋਈ ਡਿਮਾਂਡ ਹੀ ਨਹੀਂ ਜੀ। ਹੁਣ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਖੇਤੀ ਮੋਟਰਾਂ ਲਈ ਮੁਫਤ ਬਿਜਲੀ ਦਿੱਤੀ ਜਾਂਦੀ ਹੈ। ਜੀ ਬਿਲਕੁਲ। ਪੰਜਾਬ ਦੇ ਵਿੱਚ ਕਿਸਾਨਾਂ ਨੇ ਕਦੇ ਕੋਈ ਸਟਰਗਲ ਨਹੀਂ ਕੀਤਾ ਕਿ ਸਾਨੂੰ ਮੁਫਤ ਬਿਜਲੀ ਪਾਣੀ ਦਿਓ। ਜੀ। ਜਿਹੜੀ ਚੀਜ਼ ਦੀ ਡਿਮਾਂਡ ਹੀ ਨਹੀਂ, ਅਸੀਂ ਕਿਉਂ ਦੇ ਰਹੇ ਹੈਗੇ ਆ। ਹੁਣ 600 ਯੂਨਿਟ ਲੋਕਾਂ ਨੂੰ ਮੁਫਤ ਦਿੱਤੇ ਜਾਣੇ ਨੇ, ਸਾਰੇ ਵਰਗਾਂ ਨੂੰ, ਜਿਵੇਂ 52 ਲੱਖ ਲੋਕਾਂ ਨੂੰ, ਖਪਤਕਾਰਾਂ ਨੂੰ। ਪੰਜਾਬ ਦੇ ਵਿੱਚ ਕਦੇ ਕੋਈ ਐਜੀਟੇਸ਼ਨ ਹੋਇਆ ਜਿਹਦੇ ਵਿੱਚ ਕਿਸਾਨਾਂ ਲੋਕਾਂ ਨੇ ਮੰਗ ਕੀਤੀ ਹੋਵੇ ਕਿ ਸਾਨੂੰ ਤੁਸੀਂ 300 ਯੂਨਿਟ ਫ੍ਰੀ ਦਿਓ, 600 ਯੂਨਿਟ ਫ੍ਰੀ ਦਿਓ? ਇਹ ਡਿਮਾਂਡ ਤਾਂ ਉੱਠਦੀ ਹੈ ਕਿ ਸਾਡੇ ਮਤਲਬ ਪਾਵਰ ਕੱਟ ਨਹੀਂ ਲੱਗਣੇ ਚਾਹੀਦੇ। ਉਦੋਂ ਲੋਕ ਸੜਕਾਂ ਤੇ ਆਉਂਦੇ ਨੇ ਜੀ ਕਿ ਸਾਨੂੰ ਨਿਰਵਿਘਨ ਜਿਹੜੀ ਬਿਜਲੀ ਸਪਲਾਈ ਮਿਲਣੀ ਚਾਹੀਦੀ ਹੈ। ਦੂਸਰੀ ਗੱਲ ਕਿ ਲੋੜਵੰਦਾਂ ਨੂੰ ਮਿਲਣੀ ਚਾਹੀਦੀ ਹੈ। ਤੁਸੀਂ ਜੇ 600 ਯੂਨਿਟ ਦੇ ਰਹੇ ਹੋ, ਇੱਕ ਝੁੱਗੀ ਵਾਲੇ ਨੂੰ ਵੀ ਦੇ ਰਹੇ ਹੋ, ਇੱਕ ਬੰਗਲੇ ਵਾਲੇ ਨੂੰ ਵੀ ਦੇ ਰਹੇ ਹੋ ਜੀ, ਇਹਦੇ ਵਿੱਚ ਵੀ ਤੁਹਾਨੂੰ ਥੋੜੀ ਰੈਸ਼ਨਲ ਇਹਨੂੰ ਕਰਨਾ ਪਏਗਾ, ਇਸ ਤੇ ਸੋਚਣਾ ਪਏਗਾ। ਦੂਸਰੇ ਪਾਸੇ ਜਿਸ ਤਰ੍ਹਾਂ ਅੱਜ ਅਰਵਿੰਦ ਕੇਜਰੀਵਾਲ ਨੇ ਦਿੱਲੀ ਤੋਂ ਕਿਹਾ ਹੈ, ਉਹਨਾਂ ਨੇ ਆਪਣੇ 2024 ਦਾ ਮਿਸ਼ਨ ਹੈ ਜਿਹੜਾ ਸ਼ੁਰੂ ਕਰ ਦਿੱਤਾ। ਬਿਲਕੁਲ। ਉਹਨਾਂ ਨੇ ਕਹਿੰਦੇ ਇਸ ਵਰਲਡ ਦੇ ਵਿੱਚੋਂ ਭਾਰਤ ਨੂੰ 1 ਨੰਬਰ ਦਾ ਦੇਸ਼ ਹੈ ਜਿਹੜਾ ਬਣਾਉਣਾ ਹੈ, ਅਸੀਂ ਦੋਸਤਵਾਦ, ਪਰਿਵਾਰਵਾਦ, ਇਹਨਾਂ ਚੀਜ਼ਾਂ ਨੂੰ ਖਤਮ ਕਰਨਾ ਹੈ। ਉਹਨਾਂ ਦੀ ਵੀ ਅੱਖ ਹੈ ਜਿਹੜੀ ਉਹ ਅੱਗੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਲੱਗੀ ਹੋਈ ਜੀ। ਬਿਲਕੁਲ। ਪਰ ਉਹਨਾਂ ਨੂੰ ਇਸ ਗੱਲ ਦਾ ਚੇਤਾ ਰੱਖਣਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਲਈ ਹੁਣ ਤੁਹਾਨੂੰ ਇਕੱਲਾ ਦਿੱਲੀ ਮਾਡਲ ਕੰਮ ਨਹੀਂ ਆਏਗਾ, ਤੁਹਾਨੂੰ ਪੰਜਾਬ ਮਾਡਲ ਸਟੈਬਲਿਸ਼ ਕਰਨਾ ਪਏਗਾ। ਹੁਣ ਇਕੱਲੀਆਂ ਗੱਲਾਂ ਨਾਲ ਨਹੀਂ ਗੱਲ ਚੱਲਣੀ। ਪੰਜਾਬ ਦੇ ਵਿੱਚ 5 ਮਹੀਨਿਆਂ ਦੀ ਬੀਤ ਚੱਲੇ ਨੇ ਜੀ। ਹੁਣ ਲੋਕਾਂ ਨੇ ਤੁਹਾਨੂੰ ਇਵੈਲੂਏਟ ਕਰਨਾ ਹੈ ਕਿ ਪੰਜਾਬ ਲਈ ਤੁਸੀਂ ਕਿੰਨਾ ਕੁ ਕਰ ਪਾਉਂਦੇ ਹੋ, ਤੁਸੀਂ ਵਸੀਲੇ ਕਿੱਥੋਂ ਜਟਾਓਗੇ, ਜਿਹੜੇ ਵਾਅਦੇ ਕੀਤੇ ਨੇ, ਗਰੰਟੀਆਂ ਦਿੱਤੀਆਂ ਨੇ। ਤੇ ਤੀਜੇ ਪਾਸੇ ਅੱਜ ਸ਼ਿਮਲਾ ਦੇ ਵਿੱਚ ਭਗਵੰਤ ਮਾਨ ਦੇ ਨਾਲ ਜਿਹੜੇ ਇਹਨਾਂ ਦੇ ਡਿਪਟੀ ਸੀਐਮ ਨੇ ਦਿੱਲੀ ਦੇ, ਮਨੀਸ਼ ਸਿਸੋਦੀਆ ਜੀ, ਉਹਨਾਂ ਨੇ ਵੀ ਇੱਕ ਗਰੰਟੀ ਦਿੱਤੀ ਹੈ। ਉਹਨਾਂ ਨੇ ਐਜੂਕੇਸ਼ਨ ਨੂੰ ਲੈ ਕੇ
ਕੁਝ ਗਰੰਟੀਆਂ ਦਿੱਤੀਆਂ ਸੀ ਕਿ ਫ੍ਰੀ ਐਜੂਕੇਸ਼ਨ ਹਰ ਬੱਚੇ ਨੂੰ ਦੇਵਾਂਗੇ ਹਿਮਾਚਲ ਪ੍ਰਦੇਸ਼ ਦੇ ਨੂੰ, ਤਾਂ ਆਉਣ ਵਾਲੇ ਦਿਨਾਂ 'ਚ ਗੁਜਰਾਤ ਦੇ ਵਿੱਚ ਵੀ ਨਾਲੋਂ ਨਾਲ ਗਰੰਟੀਆਂ ਕਰ ਰਹੇ ਨੇ। ਤਾਂ ਇਹ ਤਿੰਨ ਗੱਲਾਂ ਇੱਕੋ ਟਾਈਮ ਜਿਹੜੀਆਂ ਅੱਜ ਹੋਈਆਂ ਨੇ, ਪਰ ਇਹਨਾਂ ਕੁ ਦੇਖਣਾ ਪਏਗਾ ਕਿਉਂਕਿ ਕੇਜਰੀਵਾਲ ਤਾਂ ਕਹਿੰਦੇ ਕਿ ਬੁਨਿਆਦੀ ਹੱਕ ਹੈ ਐਜੂਕੇਸ਼ਨ ਹਾਸਲ ਕਰਨਾ, ਮੁਫਤ ਇਲਾਜ ਦੇਣਾ, ਪਰ ਲੋਕਾਂ ਨੂੰ ਸਾਰਿਆਂ ਨੂੰ ਇਲਾਜ ਮਿਲੇ ਚਾਹੁੰਦੇ ਨੇ, ਇਹ ਉਹਨਾਂ ਦਾ ਇੱਕ ਰਾਈਟ ਹੈਗਾ। ਪਰ ਉਹਨੂੰ ਜਿਹੜਾ ਮੁਫਤਖੋਰੀ ਵਾਲਾ ਲੇਪ ਹੈ ਕਿ ਤੁਹਾਡਾ ਟੀਚਾ ਕੀ ਹੈ, ਜੇ ਤੁਸੀਂ ਕੁਰਸੀ ਹਾਸਲ ਕਰਨ ਲਈ ਮੁਫਤਖੋਰੀ ਕਰ ਰਹੇ ਹੋ ਤਾਂ ਕਿਸੇ ਪੱਖੋਂ ਵੀ ਜਾਇਜ਼ ਨਹੀਂ ਹੋਏਗਾ। ਜਾਂ ਤਾਂ ਤੁਸੀਂ ਕਹੋ ਕਿ ਅਸੀਂ ਚੋਣਾਂ ਜਿੱਤੀਆਂ, ਉਸ ਤੋਂ ਬਾਅਦ ਐਲਾਨ ਕਰੋ, ਫਿਰ ਤਾਂ ਪਤਾ ਲੱਗਦਾ ਕਿ ਤੁਸੀਂ ਬਹੁਤ ਸਿਰ ਦੇ ਹੈਗੇ। ਤਾਂ ਅਲਟੀਮੇਟਲੀ ਸਾਰੀਆਂ ਪਾਰਟੀਆਂ ਨੂੰ ਇਸ ਪਾਸੇ ਜ਼ਰੂਰ ਸੋਚਣਾ ਹੋਏਗਾ। ਜੀ ਚਰਨਜੀਤ ਜੀ, ਜਿੱਥੇ ਮੁਫਤਖੋਰੀ ਪੰਜਾਬ ਦੇ ਖਜ਼ਾਨੇ 'ਤੇ ਇੱਕ ਨਵਾਂ ਬੋਝ ਪਾ ਰਹੀ ਹੈ, ਉੱਥੇ ਹੀ ਗੱਲ ਕਰੀਏ ਮਾਈਨਿੰਗ ਦੀ। ਮਾਈਨਿੰਗ ਮਾਫੀਆ ਉੱਥੇ ਹੀ ਦੂਜੇ ਪਾਸੇ ਜਿਹੜਾ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਉਣ ਦਾ ਜਿਹੜਾ ਵੱਡਾ ਕੰਮ ਕਰ ਰਿਹਾ, ਅਤੇ ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਵੀ ਪੰਜਾਬ ਦੇ ਵਿੱਚ ਅਸੀਂ ਮਾਈਨਿੰਗ ਨੂੰ ਬਿਲਕੁਲ ਹੀ ਜਿਹੜਾ ਹੈਗਾ ਮਾਈਨਿੰਗ ਮਾਫੀਆ ਨੂੰ ਖਤਮ ਕਰ ਦਿੱਤਾ। ਪਰ ਦੇਖੀਏ ਤਾਂ BSF ਵੱਲੋਂ ਹਾਈ ਕੋਰਟ 'ਚ ਅਪੀਲ ਕੀਤੀ ਗਈ ਹੈ ਵੀ ਕਿ ਪੰਜਾਬ ਦੇ ਵਿੱਚ ਮਾਈਨਿੰਗ ਦਾ ਜਿਹੜਾ ਕਾਰੋਬਾਰ ਹੈ ਉਹ ਪਹਿਲਾਂ ਦੀ ਤਰ੍ਹਾਂ ਜਾਰੀ ਹੈ। ਇਸ ਨੂੰ ਕਿਵੇਂ ਦੇਖੋਗੇ ਫਿਰ? ਦੇਖੋ, ਦਾਅਵਿਆਂ ਦੀ ਗੱਲ, ਦਾਅਵਾ ਤਾਂ ਦਾਅਵਾ ਹੀ ਹੁੰਦਾ ਹੈ ਜੀ, ਪਰ ਸਾਨੂੰ ਜ਼ਮੀਨ 'ਤੇ ਹਕੀਕਤ ਦੇਖਣੀ ਪਏਗੀ ਕਿ ਹੋ ਕੀ ਰਿਹਾ ਹੈ। ਹੁਣ ਜਿਹੜੇ ਮਾਈਨਿੰਗ ਮਿਨਿਸਟਰ ਹੈਗੇ ਨੇ ਹਰਜੋਤ ਬੈਂਸ ਜੀ, ਉਹਨਾਂ ਨੇ ਕੱਲ੍ਹ ਕਿਹਾ ਕਿ ਅਸੀਂ ਮਾਈਨਿੰਗ ਮਾਫੀਆ ਨੂੰ 90% ਹੈ ਜਿਹੜੀ ਉਹ ਉਹਨਾਂ ਨੂੰ ਠੱਲ ਪਾ ਲਈ ਹੈ ਜੀ। ਪਰ ਦੂਜੇ ਪਾਸੇ ਆਪਾਂ ਦੇਖੀਏ ਤਾਂ BSF ਨੇ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਹੈਗੀ ਹੈ। ਉਹਨਾਂ ਨੇ ਕਿਹਾ ਹੈ ਕਿ ਰਾਵੀ ਔਰ ਸਤਲੁਜ ਦਰਿਆਵਾਂ ਦੇ ਵਿੱਚ ਜਿਹੜਾ ਮਾਈਨਿੰਗ ਦਾ ਕੰਮ ਹੈ ਆਸੇ ਪਾਸੇ, ਉਹ ਇੰਨਾ ਵੱਧ ਗਿਆ ਹੈਗਾ, ਜਿਹਦੇ ਨਾਲ ਕੀ ਹੈ ਕਿ ਸਾਡੀ ਜਿਹੜੀ ਨੈਸ਼ਨਲ ਸਿਕਿਉਰਿਟੀ ਹੈ ਉਹਦੇ ਲਈ ਇੱਕ ਥ੍ਰੈਟ ਖੜਾ ਹੋ ਗਿਆ ਜੀ। BSF ਵੱਲੋਂ ਇਸ ਤਰ੍ਹਾਂ ਦੀ ਜਿਹੜੀ ਬਿਆਨ ਕਰਨਾ, ਇਸ ਤਰ੍ਹਾਂ ਦਾ ਤਰਕ ਲੌਜਿਕ ਖੜਾ ਕਰਨਾ, ਉਹ ਆਪਣੇ ਆਪ ਦੇ ਵਿੱਚ ਪੰਜਾਬ ਦੀ ਜਿਹੜੀ ਆਪ ਸਰਕਾਰ ਹੈ ਉਹਨੂੰ ਕਟਹਿਰੇ 'ਚ ਖੜਾ ਕਰਨ ਦੇ ਸਮਾਨ ਹੈ ਜੀ। ਹੁਣ ਉਹਦੀ ਅਗਲੀ ਸੁਣਵਾਈ ਹੈ ਜਿਹੜੀ 29 ਅਗਸਤ ਨੂੰ ਹੈ। ਔਰ ਦਿਲਚਸਪ ਗੱਲ ਹੈ ਕਿ ਇਕੱਲੀ BSF ਨਹੀਂ, ਹੁਣ ਤਾਂ ਜਿਹੜੀ ਭਾਰਤੀ ਰੇਲਵੇ ਹੈ ਜੀ, ਉਹਨਾਂ ਨੇ ਵੀ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਹੈ। ਉਹਨਾਂ ਨੇ ਵੀ ਕਹਿ ਦਿੱਤਾ ਕਿ ਜਿਹੜੇ ਰੇਲਵੇ ਦੇ ਪੁਲ ਨੇ ਦਰਿਆਵਾਂ ਉੱਤੋਂ ਦੀ ਗੁਜ਼ਰਦੇ ਹੈਗੇ ਨੇ, ਉੱਥੇ ਆਸੇ-ਪਾਸੇ ਇੰਨੀ ਮਾਈਨਿੰਗ ਹੋ ਗਈ ਹੈ ਕਿ ਉਹ ਸਾਡੀ ਭਾਰਤੀ ਰੇਲਵੇ ਲਈ ਕੋਈ ਖਤਰਾ, ਕੋਈ ਹਾਦਸੇ ਦਾ ਕਾਰਨ ਬਣ ਸਕਦੇ ਨੇ ਜੀ। ਬਿਲਕੁਲ, ਉਹਦੇ ਬਾਰੇ ਪੰਜਾਬ ਸਰਕਾਰ ਨੇ ਕੱਲ੍ਹ ਮੀਟਿੰਗ ਵੀ ਕੀਤੀ ਹੈ। ਤਾਂ ਇਸ ਤਰ੍ਹਾਂ ਇੱਕਾ ਦੁੱਕਾ ਜਿਹੜੇ ਪਿੰਡਾਂ ਦੇ ਵਿੱਚ ਮਾਈਨਿੰਗ, ਜਿਵੇਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਇੱਦਾਂ ਮਾਈਨਿੰਗ ਦਾ ਕੰਮ ਚੱਲ ਰਿਹਾ, ਖਾਸ ਕਰਕੇ ਬਾਰਡਰ ਏਰੀਆ 'ਚ ਤਾਂ ਬਹੁਤ ਜ਼ਿਆਦਾ ਚੱਲਦਾ ਹੈਗਾ। ਬਿਲਕੁਲ, ਚਾਹੇ ਇਹਨਾਂ ਨੇ ਨਵੀਂ ਮਾਈਨਿੰਗ ਪਾਲਿਸੀ ਬਣਾਈ ਹੈਗੀ ਹੈ, ਜਿਹੜੀ ਪੁਰਾਣੀ ਚੰਨੀ ਸਰਕਾਰ ਵੇਲੇ ਸੀ ਉਹਨੂੰ ਅਮੈਂਡ ਕੀਤਾ ਹੁਣ ਜੀ, ਪਿਛਲੀ ਕੈਬਨਿਟ ਦੇ ਵਿੱਚ ਲੈ ਕੇ ਆਏ ਨੇ, ਪਾਸ ਕੀਤਾ ਉਹਨੂੰ। ਪਰ ਇਹਨਾਂ ਨੂੰ ਇਹ ਨਹੀਂ ਕਿ ਇਕੱਲੇ ਦਾਅਵਿਆਂ ਨਾਲ ਨਹੀਂ ਗੱਲ ਬਣਨੀ, ਇਹਨਾਂ ਨੂੰ ਪ੍ਰੈਕਟੀਕਲੀ ਦਿਖਾਉਣਾ ਪਏਗਾ ਕਿ ਮਾਈਨਿੰਗ ਤੋਂ ਅਸੀਂ ਇਹਨੂੰ ਮਾਈਨਿੰਗ ਮਾਫੀਆ ਨੂੰ ਨੱਥ ਪਾ ਕੇ ਪੰਜਾਬ ਦੇ ਲਈ ਕਿੰਨਾ ਰੈਵਨਿਊ ਜਨਰੇਟ ਕੀਤਾ ਹੈ, ਔਰ ਮਾਈਨਿੰਗ ਮਾਫੀਆ ਅਸਲ ਰੂਪ ਦੇ ਵਿੱਚ, ਹਕੀਕਤ ਦੇ ਵਿੱਚ ਕਿੰਨਾ ਕੁ ਉਸ ਨੂੰ ਅਸੀਂ ਕਾਬੂ ਕੀਤਾ ਹੈ ਜੀ। ਦੋਸਤੋ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।